GNDS ਅਕੈਡਮੀ ਵਿੱਚ ਤੁਹਾਡਾ ਸਭ ਦਾ ਸਵਾਗਤ ਕੀਤਾ ਜਾਂਦਾ ਹੈ। ਇਹ ਸਾਡਾ WhatsApp ਨੰਬਰ ਹੈ। ਇਸ ਨੰਬਰ 'ਤੇ ਤੁਸੀਂ ਸਾਨੂੰ ਮੈਸੇਜ ਕਰਕੇ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ। ਇਹ ਵੀਡੀਓ ਤੁਹਾਡੇ ਲਈ ਮਾਸਟਰ ਕੇਡਰ PTET ਅਤੇ CTET ਦੇ ਲਈ ਬਹੁਤ ਹੀ ਲਾਹੇਵੰਦ ਸਿੱਧ ਹੋਵੇਗੀ ਅਤੇ ਹੋਰ ਕੰਪੀਟੀਟਿਵ ਐਗਜ਼ਾਮਸ ਹੈ ਜਿਹੜੇ ਪੰਜਾਬ ਲੈਵਲ 'ਤੇ ਨੈਸ਼ਨਲ ਲੈਵਲ 'ਤੇ ਹੋ ਰਹੇ ਉਹਨਾਂ ਦੇ ਵਿੱਚ ਵੀ ਤੁਹਾਡੀ ਵੀਡੀਓ ਜਿਹੜੀ ਤੁਹਾਡੀ ਮਦਦਗਾਰ ਹੋਵੇਗੀ। ਇਹ ਜਿਹੜੇ ਨੋਟਸ ਹੈ ਲਗਭਗ 5-6 ਬੁੱਕਸ ਤੋਂ ਹਿੰਦੀ ਮੀਡੀਅਮ, ਇੰਗਲਿਸ਼ ਮੀਡੀਅਮ ਅਤੇ ਪੰਜਾਬੀ ਮੀਡੀਅਮ ਤੋਂ ਕੰਬਾਈਨ ਕਰਕੇ ਤਿਆਰ ਕੀਤੇ ਗਏ ਬੜੀ ਹੀ ਮਿਹਨਤ ਦੇ ਨਾਲ। ਸੋ ਆਓ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ, ਜਿਸ ਦਾ ਨਾਮ ਹੈ ਜੀ ਔਰੰਗਜ਼ੇਬ। ਸੋ ਇਸ ਤੋਂ ਪਹਿਲਾਂ ਜਿਹੜੀ ਵੀਡੀਓ ਜੇਕਰ ਤੁਸੀਂ ਨਹੀਂ ਦੇਖੀ ਮੁਗਲ ਕਾਲ ਦੀ, ਤਾਂ ਉਹ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਜਾਂ ਜਿਹੜਾ ਹੈਗਾ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ। 1658 ਤੋਂ 1707 ਦਾ ਟਾਈਮ ਹੈ ਜਿਹੜਾ ਆਪਾਂ ਅੱਜ ਕਰਨ ਜਾ ਰਹੇ ਹਾਂ ਜੀ। ਔਰੰਗਜ਼ੇਬ ਦਾ ਟਾਈਮ ਪੀਰੀਅਡ 1658 ਤੋਂ 1707 ਦਾ ਹੈ। ਹੁਣ ਦੇਖੋ ਜੀ, ਔਰੰਗਜ਼ੇਬ ਦਾ ਜਿਹੜਾ ਜਨਮ ਹੈ ਉਹ ਹੁੰਦਾ 24 ਅਕਤੂਬਰ 1618 ਈਸਵੀ ਨੂੰ ਗੁਜਰਾਤ ਦੇ ਦੁਹਾਦ ਨਾਮੀ ਸਥਾਨ ਤੇ ਜਿਹੜਾ ਜਨਮ ਹੁੰਦਾ ਹੈ। ਇਹਨੂੰ ਧਿਆਨ 'ਚ ਰੱਖਣਾ ਹੈ। ਪਿਤਾ ਦਾ ਨਾਮ ਸ਼ਾਹਜਹਾਂ ਹੈਗਾ, ਠੀਕ ਹੈ ਜੀ, ਜਿਹਨੂੰ ਇਹ ਬਾਅਦ 'ਚ ਕੈਦ 'ਚ ਵੀ ਰੱਖਦਾ ਹੈ। 1637 ਈਸਵੀ ਦੇ ਵਿੱਚ ਔਰੰਗਜ਼ੇਬ ਦੇ ਵਿਆਹ ਜਿਹੜਾ ਉਹ ਦਿਲਰਾਸ ਬਾਨੋ ਬੇਗਮ ਦੇ ਨਾਲ ਹੁੰਦਾ ਹੈ। ਬਾਨੋ ਬੇਗਮ ਵੀ ਕਹਿੰਦੇ ਇਹਨੂੰ, ਠੀਕ ਹੈ, ਦਿਲਰਾਸ ਬਾਨੋ ਬੇਗਮ ਉਹਦਾ ਪੂਰਾ ਨਾਮ ਹੈ। ਉਹਦੇ ਨਾਲ 1637 ਈਸਵੀ ਦੇ ਵਿੱਚ ਜਿਹੜਾ ਹੈਗਾ ਔਰੰਗਜ਼ੇਬ ਦਾ ਉਹ ਵਿਆਹ ਹੁੰਦਾ ਹੈ। 1658 ਈਸਵੀ ਦੇ ਵਿੱਚ ਜਿਹੜਾ ਹੈਗਾ ਆਲਮਗੀਰ ਦੀ ਇਹ ਉਪਾਧੀ ਧਾਰਨ ਕਰਕੇ ਜਿਹੜਾ ਬਾਦਸ਼ਾਹ ਬਣਦਾ। 1658 ਈਸਵੀ ਦੇ ਵਿੱਚ ਕਿਹੜੀ ਉਪਾਧੀ ਧਾਰਨ ਕੀਤੀ ਹੈ ਔਰੰਗਜ਼ੇਬ ਨੇ? ਆਲਮਗੀਰ ਦੀ, ਠੀਕ ਹੈ ਜੀ, ਤੇ ਬਾਦਸ਼ਾਹ ਬਣਦਾ ਹੈ। ਤੇ 5 ਜੂਨ 1659 ਨੂੰ ਇਹ ਦੂਜੀ ਵਾਰ ਜਿਹੜੀ ਹੈਗੀ ਹੈ ਰਾਜਸੀ ਉਪਾਧੀ ਧਾਰਨ ਕਰਦਾ ਹੈ। ਇਹ ਮੁਗਲ ਕਾਲ ਦੇ ਵਿੱਚ ਇੱਕੋ ਇੱਕ ਉਹ ਬਾਦਸ਼ਾਹ ਹੈ ਜਿਹੜਾ 2 ਵਾਰ ਬਾਦਸ਼ਾਹਤ ਦੀ ਜਿਹੜੀ ਹੈਗੀ ਹੈ ਪਦਵੀ ਜਾਂ ਆਪਾਂ ਕਹਿ ਸਕਦੇ ਹਾਂ ਉਪਾਧੀ ਗ੍ਰਹਿਣ ਕਰਦਾ ਹੈ ਔਰੰਗਜ਼ੇਬ, ਠੀਕ ਹੈ ਜੀ। ਕਈ ਵਾਰ ਕੁਐਸਚਨ ਆ ਜਾਂਦਾ ਹੁੰਦਾ ਕਿ 2 ਵਾਰ ਉਪਾਧੀ ਧਾਰਨ ਕਰਨ ਵਾਲਾ ਬਾਦਸ਼ਾਹ ਕੌਣ ਸੀ? ਤਾਂ ਉਹ ਔਰੰਗਜ਼ੇਬ ਸੀਗਾ ਜੀ। ਇਹ ਕੱਟੜ ਸੁੰਨੀ ਮੁਸਲਮਾਨ ਸੀ, ਬਹੁਤ ਹੀ ਜਿਹੜੇ ਇਸਲਾਮ ਧਰਮ ਦੇ ਸਿਧਾਂਤਾਂ ਤੇ ਕੱਟੜ ਵਿਸ਼ਵਾਸ ਰੱਖਦਾ ਸੀ। ਇਹ ਮੀਰ ਮੁਹੰਮਦ ਹਕੀਮ ਹੈ ਜਿਹੜਾ ਔਰੰਗਜ਼ੇਬ ਦਾ ਗੁਰੂ ਸੀਗਾ ਜੀ ਉਸ ਟਾਈਮ ਤੇ। ਕੱਟੜ ਸੁੰਨੀ ਮੁਸਲਮਾਨ ਹੋਣ ਕਰਕੇ ਜਿਹੜਾ ਹੈਗਾ ਇਹਨੂੰ ਜਿੰਦਾ ਪੀਰ ਵੀ ਕਿਹਾ ਜਾਂਦਾ, ਠੀਕ ਹੈ। ਇਹ ਗੱਲ ਯਾਦ ਰੱਖਣੀ ਕਿ ਜਿੰਦਾ ਪੀਰ ਨਾਲ ਜਾਣਿਆ ਜਾਣ ਵਾਲਾ ਬਾਦਸ਼ਾਹ ਕਿਹੜਾ ਹੈ? ਔਰੰਗਜ਼ੇਬ। ਜਾਂ ਔਰੰਗਜ਼ੇਬ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ? ਜਿੰਦਾ ਪੀਰ। 1679 ਈਸਵੀ ਦੇ ਵਿੱਚ ਇਹਨੇ ਜਜੀਆ ਤੇ ਤੀਰਥ ਯਾਤਰਾ ਸ਼ੁਰੂ ਕੀਤੀ ਹੈ। ਇਹਨੂੰ ਅਕਬਰ ਨੇ ਬੰਦ ਕਰਤਾ ਸੀ, ਠੀਕ ਹੈ। ਤੁਸੀਂ ਪਿਛਲੀਆਂ ਵੀਡੀਓਜ਼ ਦੇ ਵਿੱਚ ਦੇਖੋਗੇ ਅਕਬਰ ਨੇ ਜਜੀਆ ਨੂੰ ਤੇ ਤੀਰਥ ਯਾਤਰਾ ਦੇ ਟੈਕਸ ਨੂੰ ਬੰਦ ਕਰਤਾ ਸੀ। ਉਸ ਤੋਂ ਬਾਅਦ 'ਚ ਜਿਹੜਾ ਹੈਗਾ ਔਰੰਗਜ਼ੇਬ 1679 ਈਸਵੀ ਦੇ ਵਿੱਚ ਇਹਨੂੰ ਦੁਬਾਰਾ ਸ਼ੁਰੂ ਕਰ ਦਿੰਦਾ। 1679 ਈਸਵੀ ਦੇ ਵਿੱਚ ਹੀ ਇਹਨੇ ਬੀਬੀ ਕਾ ਮਕਬਰਾ ਔਰੰਗਾਬਾਦ ਵਿੱਚ ਬਣਾਉਂਦਾ, ਜਿਹੜਾ ਕਿ ਮਹਾਰਾਸ਼ਟਰ ਦੇ ਵਿੱਚ ਹੈ, ਠੀਕ ਹੈ। ਬੀਬੀ ਕਾ ਮਕਬਰਾ ਬਣਾਉਂਦਾ ਔਰੰਗਾਬਾਦ ਦੇ ਵਿੱਚ, ਉਹ ਮਕਬਰੇ ਦਾ ਨਾਮ ਹੈ, ਤੇ ਮਹਾਰਾਸ਼ਟਰ ਸਟੇਟ ਦੇ ਵਿੱਚ ਹੈ। 1685 ਤੋਂ 87 ਈਸਵੀ ਦੇ ਵਿੱਚ ਇਹਨੇ ਜਿਹੜਾ ਬੀਜਾਪੁਰ ਤੇ ਗੋਲਕੁੰਡਾ ਨੂੰ ਜਿੱਤਿਆ। ਇੱਕੋ ਇੱਕ ਬਾਦਸ਼ਾਹ ਜੀ ਨੇ ਤਕਰੀਬਨ 25 ਸਾਲ ਆਪਣੇ ਦੱਖਣ ਦੀਆਂ ਜਿੱਤਾਂ ਦੇ ਵਿੱਚ ਲਾਏ ਹੈ। ਬੀਜਾਪੁਰ ਤੇ ਗੋਲਕੁੰਡਾ ਨੂੰ ਇਹਨੇ ਸਫਲਤਾਪੂਰਵਕ, ਜਾਣੀ ਕਿ ਜਿਹੜੀ ਇਹਦੀ ਜਿੱਤ ਆ ਉਹ 1685-87 ਦੇ ਵਿੱਚ ਮਿਲਦੀ ਹੈ, ਜਿਹਦੇ ਨਾਲ ਮੁਗਲ ਸਾਮਰਾਜ ਹੈ ਜਿਹੜਾ ਉਹ ਸਭ ਤੋਂ ਵਿਸ਼ਾਲ ਹੋ ਜਾਂਦਾ। ਤੇ ਇੱਥੇ ਇਹ ਕੁਐਸਚਨ ਵੀ ਆ ਜਾਂਦਾ ਹੁੰਦਾ ਕਿ ਵਿਸ਼ਾਲ ਜਿਹੜਾ ਮੁਗਲ ਸਾਮਰਾਜ ਆ ਉਹ ਕਿਸ ਬਾਦਸ਼ਾਹ ਦੇ ਸਮੇਂ ਸੀ? ਤਾਂ ਔਰੰਗਜ਼ੇਬ ਦੇ ਸਮੇਂ ਸੀਗਾ, ਠੀਕ ਹੈ ਜੀ। ਅੱਗੇ ਹੈ ਜੀ, ਇਸਨੇ ਸੰਗੀਤ ਅਤੇ ਦਰਬਾਰ ਵਿੱਚ ਪਾਬੰਦੀ ਲਾਈ ਸੀ। ਸੰਗੀਤ ਤੇ ਇਹਨੇ ਜਿਹੜੀ ਹੈਗੀ ਆ ਦਰਬਾਰ ਦੇ ਵਿੱਚ ਪਾਬੰਦੀ ਲਗਾਤੀ ਸੀਗੀ ਕਿ ਮਿਊਜ਼ਿਕ ਹੈ ਜਾਣੀ ਕਿ ਉਹਨੂੰ ਇਹਨੇ ਪਾਬੰਦ ਕਰਤਾ ਸੀ। ਪਰ ਖੁਦ ਹੈ ਜਿਹੜਾ ਇਹ ਬੀਣਾ ਜਿਹੜਾ ਹੈਗਾ ਬਣਾਉਂਦਾ ਹੁੰਦਾ ਸੀ, ਬੀਣਾ ਨੂੰ ਜਿਹੜਾ ਬਣਾਉਣ ਦਾ ਸ਼ੌਂਕ ਰੱਖਦਾ ਸੀ, ਉਹਨੂੰ ਵਜਾਉਂਦਾ ਸੀ ਤੇ ਉਹਨੂੰ ਤਿਆਰ ਵੀ ਕਰਦਾ ਸੀ। ਅੱਗੇ ਹੈ ਜੀ ਆਪਣਾ 1665 ਈਸਵੀ ਦੇ ਵਿੱਚ ਕੀ ਹੈ ਜੀ, ਦੇਖੋ 1665 ਈਸਵੀ ਦੇ ਵਿੱਚ ਇਸਨੇ ਹਿੰਦੂ ਮੰਦਿਰ ਤੋੜਨ ਦੇ ਆਦੇਸ਼ ਦਿੱਤੇ ਸੀਗੇ। ਹਿੰਦੂ ਮੂਰਤੀਆਂ ਜਿਹੜੀਆਂ ਖਾਸ ਕਰਕੇ ਦੱਖਣ ਦੇ ਵਿੱਚ ਜਿਹੜੇ ਚੌਜ਼ ਦੁਆਰਾ ਬਣਾਏ ਹੋਏ ਮੰਦਿਰ ਸੀਗੇ ਉਹਨਾਂ ਨੂੰ ਇਹਨੇ ਬਹੁਤ ਭਾਰੀ ਹਾਨੀ ਪਹੁੰਚਾਈ, ਉਹਨਾਂ ਨੂੰ ਤੋੜਿਆ, ਮੂਰਤੀਆਂ ਨੂੰ ਖੰਡਿਤ ਕੀਤਾ। ਇਹ ਸਾਰੇ ਦੇਸ਼ ਦੇ ਵਿੱਚ ਇਹਨੇ ਆਦੇਸ਼ ਹੈ ਜਿਹੜੇ ਜਾਰੀ ਕੀਤੇ ਸੀਗੇ। ਅੱਗੇ ਹੈ ਜੀ 1675 ਈਸਵੀ ਦੇ ਵਿੱਚ ਇਸਨੇ 9ਵੇਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀਗਾ। ਜਿਹੜੇ ਸਿੱਖ ਧਰਮ ਦੇ ਮਹਾਨ ਗੁਰੂ ਤੇਗ ਬਹਾਦਰ ਸੀ, ਕਸ਼ਮੀਰੀ ਪੰਡਤਾਂ ਦੇ ਲਈ ਸ਼ਹੀਦ ਹੁੰਦੇ ਆ। 1675 ਈਸਵੀ ਦੇ ਵਿੱਚ ਦਿੱਲੀ ਦੇ ਵਿੱਚ ਇਹਨਾਂ ਨੂੰ ਜਿਹੜਾ ਹੈਗਾ ਸ਼ਹੀਦ ਕੀਤਾ ਜਾਂਦਾ। ਮਤੀਦਾਸ, ਸਤੀਦਾਸ ਤੇ ਭਾਈ ਦਿਆਲਾ ਜੀ, ਇਹਨਾਂ ਦੇ ਨਾਲ ਹੋਰ 3 ਸਿੱਖ ਹੈ ਜਿਹੜੇ ਸ਼ਹੀਦ ਹੁੰਦੇ ਆ। ਉਸਨੇ ਦਿੱਲੀ ਵਿੱਚ ਮੋਤੀ ਮਸਜਿਦ ਅਤੇ ਲਾਹੌਰ ਵਿੱਚ ਬਾਦਸ਼ਾਹੀ ਮਸਜਿਦ ਦਾ ਨਿਰਮਾਣ ਕਰਵਾਇਆ, ਠੀਕ ਹੈ ਜੀ। ਇੱਕ ਤਾਂ ਦਿੱਲੀ ਦੇ ਵਿੱਚ ਮੋਤੀ ਮਸਜਿਦ ਬਣਾਉਂਦਾ ਹੈ
ਤੇ ਲਾਹੌਰ ਦੇ ਵਿੱਚ ਬਾਦਸ਼ਾਹੀ ਮਸਜਿਦ ਬਣਵਾਉਂਦਾ ਹੈ। ਦਾਰਾ ਸ਼ਿਕੋ ਨੇ ਮਜ਼ਮਾ ਉਲ ਬਹਿਰੀਨ ਦੀ ਰਚਨਾ ਕੀਤੀ। ਗੀਤਾ ਅਤੇ ਉਪਨਿਸ਼ਦਾਂ ਦਾ ਅਨੁਵਾਦ ਫਾਰਸੀ ਭਾਸ਼ਾ ਦੇ ਵਿੱਚ ਕਰਵਾਇਆ। ਹੁਣ ਦੇਖੋ ਜਿਹੜਾ ਦਾਰਾ ਸ਼ਿਕੋ ਹੈ ਇਹ ਔਰੰਗਜ਼ੇਬ ਦਾ ਵੱਡਾ ਭਰਾ ਹੈ। ਠੀਕ ਹੈ ਜੀ। ਇਹ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਲੇਖਕ ਹੈ, ਉੱਚ ਕੋਟੀ ਦਾ ਵਿਦਵਾਨ ਹੈ। ਇਹਨੇ ਮਜ਼ਮਾ ਉਲ ਬਹਿਰੀਨ ਨਾਂ ਦੀ ਇੱਕ ਜਿਹੜਾ ਗ੍ਰੰਥ ਕਹਿ ਲਓ ਜਾਂ ਇੱਕ ਕਿਤਾਬ ਕਹਿ ਲਓ ਉਹਦੀ ਰਚਨਾ ਕੀਤੀ ਹੈ। ਤੇ ਗੀਤਾ ਜਿਹੜਾ ਹਿੰਦੂ ਧਰਮ ਦਾ ਪਵਿੱਤਰ ਗ੍ਰੰਥ ਹੈ ਤੇ ਉਪਨਿਸ਼ਦ ਹੈ ਜਿਹੜੇ ਵੇਦਾਂ ਦੇ ਟਾਈਮ ਤੇ ਨਾ ਤੁਸੀਂ ਪ੍ਰਾਚੀਨ ਭਾਰਤ ਦੇ ਵਿੱਚ ਪੜ੍ਹੇ ਹੋਣਗੇ, ਸੁਣੇ ਹੋਣਗੇ, ਤਾਂ ਉਹਨਾਂ ਦਾ ਅਨੁਵਾਦ ਇਹਨੇ ਫਾਰਸੀ ਭਾਸ਼ਾ ਦੇ ਵਿੱਚ ਕਰਵਾਤਾ ਤਾਂ ਕਿ ਜਿਹੜੇ ਮੁਗਲ ਹੈ ਉਹਨਾਂ ਨੂੰ ਇਹਨੂੰ ਪੜ੍ਹਨ ਤੇ ਸੁਣਨ ਦੇ ਵਿੱਚ ਜਿਹੜਾ ਹੈਗਾ ਮਦਦਗਾਰ ਹੋਣ, ਉਹ ਇਹਨੂੰ ਚੰਗੀ ਤਰ੍ਹਾਂ ਸਮਝ ਸਕਣ ਇਹਨਾਂ ਦੇ ਵਿਚਲੇ ਵਿਚਾਰਾਂ ਨੂੰ। ਦਾਰਾ ਸ਼ਿਕੋ ਨੇ ਸ਼ਫੀਨਤ ਉਲ ਔਲੀਆ, ਸੈਨਤ ਉਲ ਔਲੀਆ ਤੇ ਹਸਨਤ ਉਲ ਅਰੀਫਨ ਦੀ ਰਚਨਾ ਕੀਤੀ ਹੈ। ਇਹਦੀਆਂ ਹੋਰ ਰਚਨਾਵਾਂ ਕਿਹੜੀਆਂ ਜੀ? ਦਾਰਾ ਸ਼ਿਕੋ ਦੀਆਂ ਸਫੀਨਤ ਉਲ ਔਲੀਆ, ਸੈਨਤ ਉਲ ਔਲੀਆ, ਹਸਨਤ ਉਲ ਅਰੀਫਨ ਇਹ ਇਹਦੀਆਂ ਹੋਰ ਪ੍ਰਮੁੱਖ ਰਚਨਾਵਾਂ ਹੈ। ਆਲਮਗੀਰਨਾਮਾ ਦੀ ਰਚਨਾ ਜਿਹੜੀ ਉਹ ਮਿਰਜ਼ਾ ਮੁਹੰਮਦ ਕਾਸਮ ਨੇ ਕੀਤੀ ਹੈ। ਆਲਮਗੀਰਨਾਮਾ ਜਿਹੜੀ ਇਹ ਔਰੰਗਜ਼ੇਬ ਦੇ ਨਾਲ ਰਿਲੇਟਡ ਬੁੱਕ ਹੈ, ਉਹਦੀਆਂ ਜਿੱਤਾਂ ਨਾਲ, ਉਹਦੇ ਜੀਵਨ ਨਾਲ। ਆਲਮਗੀਰਨਾਮਾ ਇਹਨੂੰ ਕਿਹਾ ਜਾਂਦਾ ਹੈ। ਆਲਮਗੀਰਨਾਮਾ ਜਿਹੜਾ ਹੈਗਾ ਇਹਦੀ ਰਚਨਾ ਕੌਣ ਕਰਦਾ ਹੈ? ਮਿਰਜ਼ਾ ਮੁਹੰਮਦ ਕਾਸਮ। ਇਹਨੂੰ ਧਿਆਨ 'ਚ ਰੱਖਣਾ। ਅੱਗੇ ਹੈ ਜੀ ਸਾਡਾ ਫਤੂਹਤ ਏ ਆਲਮਗੀਰੀ ਹੈ ਜਿਹੜੀ ਬੁੱਕ। ਫਤੂਹਤ ਏ ਆਲਮਗੀਰੀ ਦੀ ਰਚਨਾ ਈਸ਼ਵਰ ਦਾਸ ਨਾਗਰ ਕਰਦਾ ਹੈ। ਠੀਕ ਹੈ ਜੀ। ਤੇ ਵਕਾਈ ਹੈਦਰਾਬਾਦ ਦੀ ਰਚਨਾ ਜਿਹੜੀ ਨੀਮਰ ਖਾਨ ਅਲੀ ਨੇ ਕੀਤੀ ਹੈ। ਇਹ ਬਹੁਤ ਹੀ ਇੰਪੋਰਟੈਂਟ ਸੋਰਸ ਹੈ ਮੁਗਲ ਕਾਲ ਦੇ, ਖਾਸ ਕਰਕੇ ਔਰੰਗਜ਼ੇਬ ਟਾਈਮ ਦੇ। ਇਹਨਾਂ ਨੂੰ ਧਿਆਨ 'ਚ ਰੱਖਣਾ, ਇਹਨਾਂ ਦੇ ਵਿੱਚੋਂ ਕੁਐਸਚਨ ਆ ਸਕਦੇ ਹੁੰਦੇ ਆ ਰਾਈਟਰਾਂ ਦੇ। ਔਰੰਗਜ਼ੇਬ ਨੇ ਗੋਲਕੁੰਡਾ ਦੀ ਜਿਹੜੀ ਹੈਗੀ ਹੈ ਵਿਜੇ ਰਚਨਾ ਕੀਤੀ ਹੈ। ਇਹਨੇ ਗੋਲਕੁੰਡਾ ਨੂੰ ਕਿਵੇਂ ਜਿੱਤਿਆ ਨਾ, ਗੋਲਕੁੰਡਾ ਤੇ ਮੁਹਿੰਮਾਂ ਕਿਵੇਂ, ਉਹ ਸਾਰਿਆਂ ਨੂੰ ਇਹਨੇ ਵਰਣਨ ਕੀਤਾ ਔਰੰਗਜ਼ੇਬ ਨੇ, ਜਿਹਦਾ ਨਾਮ ਹੈ ਗੋਲਕੁੰਡਾ ਵਿਜੇ। ਉਹਦੀ ਰਚਨਾ ਕਰਨ ਵਾਲਾ ਕੌਣ ਹੈ? ਔਰੰਗਜ਼ੇਬ। 20 ਫਰਵਰੀ 1707 ਈਸਵੀ ਨੂੰ ਔਰੰਗਜ਼ੇਬ ਦੀ ਮੌਤ ਹੋ ਜਾਂਦੀ ਹੈ। ਤੇ ਇਹ ਉਹ ਬਾਦਸ਼ਾਹ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ ਦੇ ਨਾਲ ਟੱਕਰ ਲੈਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਨੂੰ ਜ਼ਫਰਨਾਮਾ ਭੇਜਦੇ ਆ। ਜ਼ਫਰਨਾਮੇ ਤੋਂ ਬਾਅਦ ਜਿਹੜਾ ਹੈਗਾ ਔਰੰਗਜ਼ੇਬ, ਇਹ ਫੈਕਟ ਹੈ ਕਿ ਉਸ ਤੋਂ ਬਾਅਦ ਇਹ ਬਿਮਾਰ ਹੋਣ ਲੱਗ ਜਾਂਦਾ ਤੇ ਇਹਦੀ ਨਾਲ ਦੀ ਨਾਲ ਥੋੜ੍ਹੇ ਜਿਹੇ ਦਿਨਾਂ ਬਾਅਦ ਹੀ ਜਿਹੜੀ ਇਹਦੀ ਮੌਤ ਹੋ ਜਾਂਦੀ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਹੜੇ ਹੈਗੇ ਆ ਵਜ਼ੀਰ ਖਾਂ ਦੇ ਭੇਜੇ ਹੋਏ ਸੈਨਿਕ ਨੰਦੇੜ ਦੇ ਵਿੱਚ 1708 ਈਸਵੀ ਦੇ ਵਿੱਚ ਸ਼ਹੀਦ ਕਰਦੇ ਆ। ਇਸ ਤਰ੍ਹਾਂ ਜਿਹੜਾ ਹੈਗਾ ਇੱਕ ਮਹਾਨ ਜਿਹੜਾ ਹੈਗਾ ਗੁਰੂ ਸਿੱਖ ਧਰਮ ਦਾ, ਉਹ 1708 ਈਸਵੀ ਦੇ ਵਿੱਚ ਸ਼ਹੀਦੀ ਪ੍ਰਾਪਤ ਕਰਦਾ। ਤੇ ਮੁਗਲ ਸਾਮਰਾਜ ਦਾ ਸਭ ਤੋਂ ਮਹਾਨ ਸਮਰਾਟ ਹੈ ਜਿਹੜਾ ਔਰੰਗਜ਼ੇਬ, ਉਹ 1707 ਈਸਵੀ ਦੇ ਵਿੱਚ 20 ਫਰਵਰੀ ਨੂੰ ਜਿਹੜਾ ਹੈਗਾ ਜੀ ਕਤਲ ਕੀਤਾ ਜਾਂਦਾ। ਉਹਦੀ ਡੈਥ ਹੋ ਜਾਂਦੀ ਹੈ, ਉਹਦੀ ਜਿਹੜੀ ਹੈਗੀ ਹੈ ਡੈਥ ਹੋ ਜਾਂਦੀ ਹੈ, ਮੌਤ ਹੋ ਜਾਂਦੀ ਹੈ ਨਾ। ਗੁਰੂ ਗੋਬਿੰਦ ਸਿੰਘ ਜੀ ਦਾ ਕਤਲ ਕਰਦੇ ਹੁੰਦੇ ਹੈਗੇ ਵਜ਼ੀਰ ਖਾਂ ਦੁਆਰਾ ਭੇਜੇ ਪਠਾਨ। ਇਹ ਧਿਆਨ 'ਚ ਰੱਖਣਾ। ਫਰਾਂਸੀਸੀ ਯਾਤਰੀ ਫਰਾਂਕੋਇਸ ਜਿਹੜਾ ਹੈਗਾ ਔਰੰਗਜ਼ੇਬ ਦਾ ਡਾਕਟਰ ਸੀ। ਔਰੰਗਜ਼ੇਬ ਦਾ ਡਾਕਟਰ ਕੌਣ ਸੀ? ਫਰਾਂਕੋਇਸ, ਫਰਾਂਸ ਦਾ ਸੀ ਇਹ। ਹੁਣ ਅੱਗੇ ਹੈਗਾ ਜੀ ਨੋਟ ਧਿਆਨ ਕਰੋ। ਇਸ ਤੋਂ ਬਾਅਦ ਜਿਹੜਾ ਬਹਾਦਰ ਸ਼ਾਹ ਬਾਦਸ਼ਾਹ ਬਣਦਾ ਹੈ, ਇਸ ਤਰ੍ਹਾਂ ਮੁਗਲ ਕਾਲ ਦਾ ਪਤਨ ਹੋਣ ਲੱਗਦਾ ਹੈ ਤੇ ਇਹ ਵਿਸ਼ਾਲ ਮੁਗਲ ਸਾਮਰਾਜ ਛੋਟੇ ਛੋਟੇ ਰਾਜਾਂ ਦੇ ਵਿੱਚ ਵੰਡਿਆ ਜਾਂਦਾ ਹੈ, ਬਦਲ ਜਾਂਦਾ ਹੈ। ਪਰੰਤੂ ਫਿਰ ਵੀ 1858 ਤੱਕ ਜਿਹੜਾ ਹੈਗਾ ਮੁਗਲ ਸਾਮਰਾਜ ਸਥਾਪਿਤ ਰਹਿੰਦਾ ਹੈ। 1858 'ਚ ਜਿਹੜਾ ਹੈਗਾ ਜਦੋਂ 1857 ਦਾ ਵਿਦਰੋਹ ਹੁੰਦਾ ਨਾ, ਬਹਾਦਰ ਸ਼ਾਹ ਜ਼ਫਰ ਨੂੰ, ਬਹਾਦਰ ਸ਼ਾਹ ਦੂਜੇ ਨੂੰ ਕੈਦ ਕੀਤਾ ਜਾਂਦਾ, ਉਦੋਂ ਮੁਗਲ ਸਾਮਰਾਜ ਦਾ ਪੂਰਨ ਤੌਰ ਤੇ ਅੰਤ ਹੁੰਦਾ ਹੈ। ਆਖਰੀ ਮੁਗਲ ਸਮਰਾਟ ਜਿਹੜਾ ਹੈਗਾ ਉਹ ਬਹਾਦਰ ਸ਼ਾਹ ਜ਼ਫਰ ਸੀਗਾ, ਜਿਹੜਾ 1857 ਈਸਵੀ ਦੇ ਵਿਦਰੋਹ ਦੇ ਵਿੱਚ ਪਾਰਟੀਸਪੇਟ ਕਰਦਾ ਤੇ ਲੀਡ ਕਰਦਾ ਹੈ। ਉਹਨੂੰ ਆਪਦਾ ਬਾਦਸ਼ਾਹ ਘੋਸ਼ਿਤ ਕਰਦੇ ਤੇ ਬਾਅਦ 'ਚੋਂ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕਰਕੇ ਭੇਜਿਆ ਜਾਂਦਾ, ਦੇਸ਼ ਨਿਕਾਲਾ ਦਿੱਤਾ ਜਾਂਦਾ ਅੰਗਰੇਜ਼ਾਂ ਦੁਆਰਾ। ਅੱਗੇ ਦੇਖੋ ਜੀ ਮੁਗਲ ਸਾਮਰਾਜ ਦਾ ਸ਼ਾਸਨ ਪ੍ਰਬੰਧ। ਮੁਗਲ ਸਾਮਰਾਜ ਦਾ ਜਿਹੜਾ ਸ਼ਾਸਨ ਪ੍ਰਬੰਧ ਹੈ, ਇਹਦੀ ਮੰਤਰੀ ਪ੍ਰੀਸ਼ਦ ਹੈ ਜਿਹੜੀ ਉਹਨੂੰ ਵਿਜਾਰਤ ਕਿਹਾ ਜਾਂਦਾ ਸੀ। ਕਾਜੀ ਨਿਆਂ ਅਧਿਕਾਰੀ ਸੀ। ਭੂਮੀ ਦਾ ਨਿਰੀਖਣ ਸਦਰ ਕਰਦਾ ਸੀ। ਸੂਚਨਾ ਅਤੇ ਜਸੂਸ ਵਿਭਾਗ ਦੇ ਮੁਖੀ ਨੂੰ ਦਰੋਗਾ ਡਾਕ ਚੌਂਕੀ ਜਾਂ ਵਾਕਿਆ ਨਵੀਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਸੂਬੇਦਾਰ ਪ੍ਰਾਂਤ ਅਧਿਕਾਰੀ ਸੀਗਾ। ਹੁਣ ਦੇਖੋ ਪ੍ਰਾਂਤ ਅਧਿਕਾਰੀ ਕੌਣ ਸੀ? ਸੂਬੇਦਾਰ। ਇਹ ਸਾਰੇ ਕੁਐਸਚਨ ਹੀ ਆ ਤੁਹਾਡੇ MCQ ਇੱਕ ਤਰ੍ਹਾਂ ਦੇ, ਠੀਕ ਹੈ। ਇਹਨਾਂ ਨੂੰ ਪੂਰੀ ਧਿਆਨ 'ਚ ਥਿਊਰੀ ਪਹਿਲਾਂ ਪੜ੍ਹ ਲਓ, ਫਿਰ ਇਹਨਾਂ ਨੂੰ ਪੂਰੀ ਧਿਆਨ ਨਾਲ ਰੱਟ ਲਓ। ਇਹਦੇ ਵਿੱਚ ਬਾਹਰੋਂ ਪੇਪਰ ਨਹੀਂ ਆਊਗਾ ਤੁਹਾਨੂੰ ਮਾਸਟਰ ਕੇਡਰ ਦਾ, ਨਾ PTET CTET ਤਾਂ ਵੀ ਬਹੁਤ ਈਜ਼ੀ ਲੈਵਲ ਦਾ ਹੁੰਦਾ ਨਾ। ਹੁਣ ਤਾਂ ਆਪਾਂ ਕਹਿ ਸਕਦੇ ਹਾਂ ਕਿ ਉਹਦੇ ਲਈ ਤਾਂ ਆਮ ਬਾਣੀ ਹੈ ਜਮਾ, ਪਰ ਮਾਸਟਰ ਕੇਡਰ ਦੇ ਲਈ ਤੁਹਾਡੇ ਲਈ ਪਰਫੈਕਟ ਹੈ ਤਿਆਰੀ। ਇਹ ਮਾਸਟਰ ਕੇਡਰ ਨੂੰ ਮੁੱਖ ਰੱਖ ਕੇ ਤਿਆਰੀ ਜਿਹੜੀ ਹੈਗੀ ਨੋਟਸਾਂ ਦੀ ਕਰਵਾਈ ਗਈ ਹੈ। ਤੁਸੀਂ ਸਾਡਾ ਟੈਲੀਗ੍ਰਾਮ ਲਿੰਕ ਜੁਆਇਨ ਕਰ ਸਕਦੇ ਹੋ, ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ, WhatsApp ਲਿੰਕ ਦਿੱਤਾ ਹੋਇਆ, ਮੈਸੇਜ ਕਰ ਸਕਦੇ ਹੋ ਹੋਰ ਜਾਣਕਾਰੀ ਦੇ ਲਈ। ਸੂਬੇਦਾਰ ਜਿਹੜੇ ਹੈਗੇ ਆ ਉਹ ਪ੍ਰਾਂਤ ਅਧਿਕਾਰੀ ਸੀਗੇ। ਦੀਵਾਨ ਪ੍ਰਾਂਤ ਦਾ ਰਾਜ ਅਧਿਕਾਰੀ ਸੀ। ਬਖਸ਼ੀ ਹੈ ਜਿਹੜਾ ਪ੍ਰਾਂਤ ਸੈਨਾ ਦਾ ਮੁਖੀ ਸੀ। ਫੌਜਦਾਰ ਜ਼ਿਲ੍ਹਾ ਫੌਜਦਾਰ ਅਧਿਕਾਰੀ ਸੀ। ਆਮਿਲ ਤੇ ਅਮੁਲਗੁਜ਼ਾਰ ਜ਼ਿਲ੍ਹੇ ਦਾ ਰਾਜ ਅਧਿਕਾਰੀ ਸੀ। ਕੋਤਵਾਲ ਆ ਜਿਹੜਾ ਨਗਰ ਮੁਖੀ ਸੀ। ਸ਼ਿਕਦਾਰ ਸੀ, ਪਰਗਣੇ ਦਾ ਮੁਖੀ ਸੀਗਾ ਜਿਹੜਾ ਉਹ ਸ਼ਿਕਦਾਰ ਸੀ।
ਆਮਿਲ ਆ ਜਿਹੜਾ ਉਹ ਲਗਾਨ ਇਕੱਠਾ ਕਰਨ ਵਾਲਾ ਅਧਿਕਾਰੀ ਸੀ। ਦੀਵਾਨ-ਏ ਆਲਾ ਜਿਹੜਾ ਹੈਗਾ ਜੀ ਵਿੱਤ ਮੰਤਰੀ ਹੁੰਦਾ ਸੀ ਉਸ ਟਾਈਮ ਤੇ। ਅਕਬਰ ਦੇ ਸਮੇਂ 15, ਜਹਾਂਗੀਰ ਦੇ ਸਮੇਂ 21 ਤੇ ਔਰੰਗਜ਼ੇਬ ਦੇ ਸਮੇਂ ਪ੍ਰਾਂਤ ਆ ਜਿਹੜੇ ਉਹ 20 ਸੀਗੇ ਗਿਣਤੀ ਦੇ ਵਿੱਚ। ਇਹਨਾਂ ਨੂੰ ਧਿਆਨ 'ਚ ਰੱਖਣਾ, ਕਈ ਵਾਰੀ ਆ ਜਾਂਦਾ ਉਹਦਾ ਨਾਂ ਦੇ ਕੇ ਇਹਦੇ ਸਮੇਂ ਕਿੰਨੇ ਪ੍ਰਾਂਤ ਸੀ। ਤਾਂ ਅਕਬਰ ਦੇ ਸਮੇਂ 15 ਪ੍ਰਾਂਤ ਸੀ, ਜਹਾਂਗੀਰ ਦੇ ਸਮੇਂ ਜਿਹੜੇ ਉਹ ਪ੍ਰਾਂਤ ਆ 21 ਹੋ ਗਏ ਸੀ, ਤੇ ਔਰੰਗਜ਼ੇਬ ਦੇ ਸਮੇਂ ਪ੍ਰਾਂਤ ਆ ਜਿਹੜੇ 20 ਸੀ ਇਹਨਾਂ ਦੀ ਗਿਣਤੀ। ਭਾਵ ਉਹਨੂੰ ਡਿਵਾਈਡ ਕਰਦੇ ਰਹਿੰਦੇ ਸੀ ਨਾ ਆਪਦੇ ਹਿਸਾਬ ਨਾਲ। ਰਾਜਸੀ ਇਕਾਈਆਂ ਜਿਹੜੀਆਂ ਉਹ ਵੰਡੀਆਂ ਹੋਈਆਂ ਸੀ। ਸਭ ਤੋਂ ਪਹਿਲਾਂ ਪ੍ਰਾਂਤ, ਫਿਰ ਸਰਕਾਰ, ਫਿਰ ਪਰਗਣੇ, ਫਿਰ ਪਿੰਡ। ਜਿਵੇਂ ਹੁਣ ਆਪਾਂ ਕਹਿ ਸਕਦੇ ਹਾਂ ਪ੍ਰਾਂਤ, ਫਿਰ ਜ਼ਿਲ੍ਹਾ, ਤੇ ਫਿਰ ਤਹਿਸੀਲ, ਤੇ ਫਿਰ ਪਿੰਡ। ਉਵੇਂ ਪ੍ਰਾਂਤ ਆ ਜਿਹੜਾ ਸਟੇਟ ਲੈਵਲ ਦਾ ਸੀ, ਸਰਕਾਰ ਜਿਹੜਾ ਉਦੋਂ ਦਾ ਜ਼ਿਲ੍ਹਾ ਸੀ, ਤੇ ਪਰਗਣੇ ਆ ਜਿਹੜੇ ਉਦੋਂ ਦੀਆਂ ਤਹਿਸੀਲਾਂ ਸੀ, ਤੇ ਪਿੰਡ ਹੁਣ ਦੇ ਜਿਵੇਂ ਹੁਣ ਵਾਂਗ ਪਿੰਡ ਹੈ ਪਿੰਡ ਸੀਗੇ। ਖਾਲਸਾ ਭੂਮੀ ਹੈ ਜਿਹੜੀ ਉਹਨੂੰ ਬਾਦਸ਼ਾਹ ਦੇ ਕੰਟਰੋਲ ਵਾਲੀ ਭੂਮੀ ਕਿਹਾ ਜਾਂਦਾ ਸੀ। ਠੀਕ ਹੈ ਜੀ, ਖਾਲਸਾ ਭੂਮੀ ਜਿਹੜੀ ਬਾਦਸ਼ਾਹ ਦੇ ਕੰਟਰੋਲ ਵਾਲੀ ਭੂਮੀ ਹੁੰਦੀ ਸੀਗੀ। ਅੱਗੇ ਹੈ ਜੀ ਜਗੀਰ ਭੂਮੀ ਹੈ ਜਿਹੜੀ ਉਹ ਤਨਖਾਹ ਬਦਲੇ ਮਿਲੀ ਭੂਮੀ ਹੁੰਦੀ ਸੀ। ਵੀ ਤਨਖਾਹ ਦੀ ਥਾਂ ਤੇ ਉਹਨਾਂ ਨੂੰ ਜਗੀਰ ਦੇ ਦਿੰਦੇ ਸੀਗੇ, ਸਿਪਾਹੀਆਂ ਨੂੰ ਜਾਂ ਕਿਸੇ ਵੀ ਅਧਿਕਾਰੀ ਨੂੰ ਉਹਨੂੰ ਜਗੀਰ ਮਿਲਦੀ ਸੀ, ਜਿਹੜੀ ਉਹਨੂੰ ਕਹਿੰਦੇ ਸੀਗੇ ਉਹ ਵੀ ਜਗੀਰ ਭੂਮੀ। ਸਿਊਰਗਲ ਜਾਂ ਮਦ ਦੇ ਮਾਸ ਜਿਹੜਾ ਹੈਗਾ ਇਹ ਦਾਨ ਵਿੱਚ ਮਿਲੀ ਬਿਨਾਂ ਲਗਾਨ ਤੋਂ ਭੂਮੀ ਸੀ। ਇਸ ਨੂੰ ਮਿਲਕ ਵੀ ਕਹਿੰਦੇ ਸਨ, ਮਲਿਕ ਵੀ ਕਹਿੰਦੇ ਸਨ। ਠੀਕ ਹੈ, ਤੇ ਸਪੈਲਿੰਗ ਮਿਸਟੇਕ ਹੈ, ਮਲਿਕ ਵੀ ਕਹਿੰਦੇ ਸਨ ਆਊਗਾ। ਜ਼ਬਤੀ ਪ੍ਰਣਾਲੀ ਹੈ ਜਿਹੜੀ ਟੋਡਰਮਲ ਨੇ 1570-71 ਈਸਵੀ ਦੇ ਵਿੱਚ ਸ਼ੁਰੂ ਕੀਤੀ ਸੀ। ਖਾਲਸਾ ਭੂਮੀ ਦੇ ਸਥਾਨ ਤੇ ਇਹਨੂੰ ਉਹਨੇ ਟਰਨ ਕੀਤਾ ਸੀ, ਚੇਂਜ ਕੀਤਾ ਸੀ। ਬੀਜੀ ਫਸਲ ਦੇ ਆਧਾਰ ਤੇ ਲਗਾਨ ਤੈਅ ਹੁੰਦਾ ਸੀ। ਕਿਹੜਾ ਅਧਿਕਾਰੀ ਸੀ ਜਿਹਨੇ ਕ੍ਰਾਂਤੀਕਾਰੀ ਸੁਧਾਰ ਕੀਤੇ ਆ ਭੂਮੀ ਪ੍ਰਣਾਲੀ ਦੇ ਵਿੱਚ? ਤਾਂ ਉਹ ਟੋਡਰਮਲ ਸੀ ਮੁਗਲਾਂ ਦੇ ਟਾਈਮ ਤੇ, ਅਕਬਰ ਦੇ ਸਮੇਂ। ਠੀਕ ਹੈ ਜੀ। ਨਾਸਕ ਪ੍ਰਣਾਲੀ ਹੈ ਜਿਹੜੀ ਔਰੰਗਜ਼ੇਬ ਨੇ ਸ਼ੁਰੂ ਕੀਤੀ ਸੀ, ਕਰ ਉਪਜ ਦੇ ਆਧਾਰ ਤੇ ਹੁੰਦਾ ਸੀ। ਇਹ ਪ੍ਰਣਾਲੀ ਦੇ ਤਹਿਤ ਕੀ ਸੀ ਕਿ ਜਿਹੜਾ ਟੈਕਸ ਹੈ ਉਹ ਜਿੰਨੀ ਪੈਦਾਵਾਰ ਆ ਉਹਦੇ ਆਧਾਰ ਤੇ ਦਿੱਤਾ ਜਾਂਦਾ ਸੀ। ਆਨਾ ਸਿੱਕੇ ਦਾ ਵਿਸਤਾਰ ਸ਼ਾਹਜਹਾਨ ਨੇ ਕੀਤਾ ਸੀ, ਜਿਹਨੂੰ ਆਪਾਂ ਮੌਜੂਦਾ ਰੁਪਇਆ ਪੈਸਿਆਂ ਦੇ ਵਿੱਚ ਦੇਖਦੇ ਹਾਂ। ਤੇ ਆਨੇ ਦਾ ਵਿਸਤਾਰ ਕਰਨ ਵਾਲਾ ਬਾਦਸ਼ਾਹ ਕੌਣ ਸੀ ਜੀ? ਸ਼ਾਹਜਹਾਨ। ਤੇ ਜਹਾਂਗੀਰ ਨੇ ਜਿਹੜਾ ਹੈਗਾ ਸਿੱਕਿਆਂ ਤੇ ਆਪਦੀ ਫੋਟੋ ਜਿਹੜੀ ਹੈਗੀ ਆ ਤੇ ਨੂਰ ਜਹਾਂ ਦਾ ਨਾਂ ਲਿਖਵਾਇਆ ਸੀ ਜਹਾਂਗੀਰ ਨੇ। ਠੀਕ ਹੈ ਜੀ। ਗੱਲਾ ਬਖਸ਼ੀ ਪ੍ਰਣਾਲੀ ਹੈ ਜਿਹੜੀ ਇਹਦੇ ਤਹਿਤ ਫਸਲ ਦਾ ਕੁਝ ਹਿੱਸਾ ਸਰਕਾਰ ਕਰ ਦੇ ਰੂਪ ਵਿੱਚ ਲੈ ਲੈਂਦੀ ਸੀਗੀ। ਅੱਗੇ ਹੈ ਜੀ ਸਭ ਤੋਂ ਵੱਡਾ ਜਿਹੜਾ ਹੈਗਾ ਸੋਨੇ ਦਾ ਸਿੱਕਾ ਸੀ ਜਿਹੜਾ ਉਹ ਸੰਬਤ ਸੀ, ਤੇ ਸੋਨੇ ਦਾ ਸਭ ਤੋਂ ਪ੍ਰਚਲਿਤ ਸਿੱਕਾ ਇਲਾਹੀ ਹੁੰਦਾ ਸੀ। ਤਾਂਬੇ ਦਾ ਜਿਹੜਾ ਹੈਗਾ ਦਾਮ ਨਾਂ ਦਾ ਸਿੱਕਾ ਚੱਲਦਾ ਸੀ। ਅਰਥ ਵਿਵਸਥਾ ਦਾ ਆਧਾਰ ਚਾਂਦੀ ਦਾ ਰੁਪਈਆ ਸੀ। ਔਰੰਗਜ਼ੇਬ ਨੇ ਸਭ ਤੋਂ ਵੱਧ ਚਾਂਦੀ ਦੇ ਸਿੱਕੇ ਚਲਾਏ ਹੈ। ਮਨਸਬਦਾਰੀ ਸਭ ਪ੍ਰਥਾ ਹੈ ਜਿਹੜੀ ਉਹ ਸਭ ਤੋਂ ਵੱਧ ਪ੍ਰਚਲਿਤ ਸੀ। ਅਕਬਰ ਨੇ ਇਸ ਨੂੰ ਸ਼ੁਰੂ ਕੀਤਾ ਸੀ। 10 ਤੋਂ 500 ਤੱਕ ਮਨਸਬ ਪ੍ਰਾਪਤ ਕਰਨ ਵਾਲੇ ਨੂੰ ਮਨਸਬਦਾਰ ਕਿਹਾ ਜਾਂਦਾ ਸੀ। ਮਾਸਟਰ ਕੇਡਰ ਚ ਆਇਆ ਹੋਇਆ ਪਿਛਲੀ ਵਾਰ ਕੁਐਸਚਨ। 500 ਤੋਂ 2500 ਤੱਕ ਮਨਸਬ ਪ੍ਰਾਪਤ ਕਰਨ ਵਾਲੇ ਨੂੰ ਉਮਰਾ, ਤੇ 2500 ਤੋਂ ਵੱਧ ਮਨਸਬ ਪ੍ਰਾਪਤ ਕਰਨ ਵਾਲੇ ਨੂੰ ਅਮੀਰ ਏ ਆਜ਼ਮ ਕਹਿੰਦੇ ਸੀ। ਮੋਸਟ ਇੰਪੋਰਟੈਂਟ ਹੈ, ਧਿਆਨ ਚ ਰੱਖਣਾ। ਜਹਾਂਗੀਰ ਨੇ ਸਵਾਰ ਪਦ ਵਿੱਚ 2 ਅਸਪਾ ਤੇ ਸਿੰਹ ਅਸਪਾ ਵਿਵਸਥਾ ਜਿਹੜੀ ਹੈਗੀ ਹੈ ਉਹ ਲਾਗੂ ਕੀਤੀ ਸੀਗੀ। ਅੱਗੇ ਹੈ ਜੀ ਮੁਗਲ ਸਾਹਿਤ ਜਿਹੜਾ ਹੈਗਾ, ਇਹਦੇ ਵਿੱਚ ਦੇਖੋ ਤੁਝ ਕੇ ਬਾਬਰੀ ਦੀ ਰਚਨਾ ਕਰਦਾ ਬਾਬਰ। ਠੀਕ ਹੈ। ਹਮਾਯੂਨਾਮਾ ਗੁਲਬਦਨ ਬੇਗਮ ਨੇ ਲਿਖਿਆ, ਜਿਹੜੀ ਹਮਾਯੂ ਦੀ ਭੈਣ ਹੈ। ਤਜਕੀਰਤ ਉਲ ਵਕਾਇਤ ਹੈ ਜਿਹੜਾ ਇਹ ਜੌਹਰ ਨੇ ਲਿਖਿਆ। ਮਰਕਜ਼ੇ ਅਦਵਾਰ ਨਲ ਦਮਨ ਤਬਾਸ਼ੀਰ ਉਲ ਸ਼ੁਭ ਇਹਨੂੰ ਲਿਖਣ ਵਾਲਾ ਫੈਜੀ ਹੈ। ਠੀਕ ਹੈ ਜੀ। ਉਹਦੇ ਰਤਨਾਂ ਦੇ ਵਿੱਚੋਂ ਅਕਬਰ ਦੇ ਐਨੇ ਅਕਬਰੀ ਤੇ ਅਕਬਰਨਾਮਾ ਅਬੁਲ ਫਜ਼ਲ ਨੇ 1602 ਈਸਵੀ ਦੇ ਵਿੱਚ ਲਿਖਿਆ ਜੀ। ਤੇ ਜਿਹੜਾ ਹੈਗਾ ਅਬੁਲ ਫਜ਼ਲ ਦੀ ਮੌਤ ਹੁੰਦੀ ਹੈ, ਜਦੋਂ ਫਜ਼ਲ ਦੀ ਮੌਤ ਤੋਂ ਬਾਅਦ ਜਿਹੜਾ ਤਫਸੀਲ ਹੈ ਉਹ ਅਕਬਰਨਾਮਾ ਲਿਖ ਕੇ ਇਨਾਇਤੁੱਲਾ ਨੇ ਇਹਨੂੰ ਪੂਰਾ ਕੀਤਾ ਹੈ। ਠੀਕ ਹੈ ਜੀ। ਇਨਾਇਤੁੱਲਾ ਇਹਨੂੰ ਪੂਰਾ ਕਰਦਾ ਅਬੁਲ ਫਜ਼ਲ ਦੀ ਮੌਤ ਤੋਂ ਬਾਅਦ। ਮੁੰਤਖਬ ਤਵਾਰੀਖ ਲਿਖਣ ਵਾਲਾ ਹੈਗਾ ਜੀ ਅਬਦੁਲ ਕਾਦਰ ਬਦਿਊਨੀ। ਤਾਬਕਾ ਤੇ ਅਕਬਰੀ ਲਿਖਣ ਵਾਲਾ ਹੈਗਾ ਨਿਜ਼ਾਮੁਦੀਨ ਅਹਿਮਦ। ਇਕਬਾਲੀਆ ਜਹਾਂਗੀਰ ਲਿਖਣ ਵਾਲਾ ਹੈਗਾ ਮੁਸਲਿਮ ਖਾਂ, ਤੇ ਮੁਹਾਸਰੇ ਜਹਾਂਗੀਰ ਲਿਖਣ ਵਾਲਾ ਹੈਗਾ ਕਾਮਗਰ ਖਾਂ। ਪਹਿਲਾ ਪਾਤਸ਼ਾਹਨਾਮਾ ਲਿਖਿਆ ਅਮੀਨ ਕਾਜ਼ਮੀਨੀ ਨੇ, ਧਿਆਨ ਚ ਰੱਖਣਾ ਇਹ। ਦੂਜਾ ਪਾਤਸ਼ਾਹਨਾਮਾ ਲਿਖਿਆ ਅਬਦੁਲ ਹਮੀਦ ਲਾਹੌਰੀ ਨੇ। ਤੀਜਾ ਪਾਤਸ਼ਾਹਨਾਮਾ ਲਿਖਿਆ ਮੁਹੰਮਦ ਵਾਰਸ ਨੇ। ਹੁਣ ਦੇਖੋ ਪਹਿਲਾ ਲਿਖਣ ਵਾਲਾ ਕੌਣ ਹੈ? ਅਮੀਨ ਕਾਜ਼ਮੀਨੀ। ਦੂਜਾ ਲਿਖਣ ਵਾਲਾ ਅਬਦੁਲ ਹਮੀਦ ਲਾਹੌਰੀ। ਤੀਜਾ ਲਿਖਣ ਵਾਲਾ ਹੈਗਾ ਮੁਹੰਮਦ ਵਾਰਿਸ। ਐਵੇਂ ਵੀ ਧਿਆਨ ਰੱਖ ਸਕਦੇ ਹੋ ਕਿ ਅਮੀਨ ਨੇ ਲਾਹੌਰ ਦੇ ਵਿੱਚ ਜਿਹੜਾ ਹੈਗਾ ਵਾਰਸ ਬਣਾਏ। ਠੀਕ ਹੈ। ਅਮੀਨ ਦੇ ਵਾਰਸ ਆ ਜਿਹੜੇ ਉਹ ਲਾਹੌਰ ਦੇ ਵਿੱਚ ਸਨ। ਇਹਨੂੰ ਐਵੇਂ ਵੀ ਤੁਸੀਂ ਯਾਦ ਰੱਖ ਸਕਦੇ ਹੋ। ਪਹਿਲਾ ਪਾਤਸ਼ਾਹ ਅਮੀਨ ਨੇ ਲਿਖਿਆ, ਦੂਜੇ ਚ ਹਮੀਦ ਲਾਹੌਰੀ ਆਉਂਦਾ, ਤੇ ਤੀਜੇ ਚ ਮੁਹੰਮਦ ਵਾਰਿਸ ਆਉਂਦਾ। ਸ਼ਾਹਜਹਾਂਨਾਮਾ ਮੁਹੰਮਦ ਸਾਦਕ ਖਾਨ ਨੇ ਲਿਖਿਆ। ਸ਼ਾਹਜਹਾਂਨਾਮਾ ਇੱਕ ਹੋਰ ਮਿਲਦਾ ਹੈ, ਉਹਨੂੰ ਅਨਾਇਤ ਖਾਨ ਮੁਹੰਮਦ ਤਾਹਿਰ ਨੇ ਲਿਖਿਆ। ਦੀਵਾਨ-ਏ ਮਖਫੀ ਹੈ ਜਿਹੜੀ ਉਹਨੂੰ ਲਿਖਣ ਵਾਲੀ ਹੈਗੀ ਹੈ ਜੀਨਤ। ਔਰੰਗਜ਼ੇਬ ਦੀ ਪੁੱਤਰੀ ਸੀ ਇਹ। ਮੁੰਤਖਬ ਉਲ ਲਵਾਬ ਨੂੰ ਲਿਖਣ ਵਾਲਾ ਹੈਗਾ ਜੀ ਖਫੀ ਖਾਨ। ਬਹੁਤ ਮਹੱਤਵਪੂਰਨ ਇਤਿਹਾਸ ਸਾਹਿਤਕਾਰ ਆ ਉਦੋਂ ਦਾ।
ਫਲਾਸਤ ਤਵਾਰੀਖ ਲਿਖਣ ਵਾਲਾ ਹੈਗਾ ਸੁਜਾਨ ਰਾਏ ਭੰਡਾਰੀ। ਆਲਮਗੀਰ ਨਾਮਾ ਲਿਖਦਾ ਮੁਹੰਮਦ ਕਾਜ਼ਮ। ਆਲਮਗੀਰ ਨਾਮਾ ਇੱਕ ਹੋਰ ਮਿਲਦਾ ਕਾਜ਼ਮ ਸਰਾਜੀ ਦਾ। ਇੱਕ ਆਲਮਗੀਰ ਨਾਮਾ ਮਿਲਦਾ ਹਾਤਮ ਖਾਨ ਦਾ। ਇਹ ਤਿੰਨਾਂ ਨੂੰ ਯਾਦ ਰੱਖਣਾ, ਕਿਸੇ ਦਾ ਵੀ ਨਾਮ ਆਉਂਦਾ ਤੁਸੀਂ ਲਾ ਸਕਦੇ ਹੋ, ਸਹੀ ਹੋਊਗਾ। ਆਲਮਗੀਰ ਨਾਮੇ ਨੂੰ 3 ਜਣਿਆਂ ਨੇ ਲਿਖਿਆ। ਇੱਕ ਆਲਮਗੀਰ ਨਾਮਾ ਮੁਹੰਮਦ ਕਾਜ਼ਮ ਦਾ, ਇੱਕ ਆਲਮਗੀਰ ਨਾਮਾ ਕਾਜ਼ਮ ਸਰਾਜੀ ਦਾ, ਇੱਕ ਆਲਮਗੀਰ ਨਾਮਾ ਹਾਤਮ ਖਾਨ ਦਾ। ਫਤੂਹਤ ਆਲਮਗੀਰੀ ਲਿਖਣ ਵਾਲਾ ਹੈਗਾ ਈਸ਼ਵਰ ਦਾਸ। ਤਰੀਖੇ ਸ਼ੇਰਸ਼ਾਹੀ ਲਿਖਣ ਵਾਲਾ ਹੈਗਾ ਅਬਾਸ ਜਾਂ ਸਲਵਾਨੀ ਵੀ ਨਾਂ ਨਾਲ ਜਾਣਿਆ ਜਾਂਦਾ। ਤੁਝ ਕੇ ਜਹਾਂਗੀਰੀ ਨੂੰ ਜਹਾਂਗੀਰ ਨੇ ਲਿਖਿਆ। ਚਹਾਰ ਚਮਨ ਨੂੰ ਚੰਦਰਭਾਨ ਨੇ ਲਿਖਿਆ। ਵਾਕਿਆਤ ਨੂੰ ਅਸਦ ਬੇਗ ਨੇ ਲਿਖਿਆ। ਪੰਚਤੰਤਰ ਹੈ ਜਿਹੜਾ ਅਨੁਵਾਰ, ਇਹ ਸੋਹੇਲੀ ਦਾ ਨਾਮ ਹੈ, ਇਹਦਾ ਅਨੁਵਾਦ ਅਬੁਲ ਫਜ਼ਲ ਨੇ ਕੀਤਾ ਫਾਰਸੀ ਭਾਸ਼ਾ ਦੇ ਵਿੱਚ। ਪੰਚਤੰਤਰ ਜਿਹੜਾ ਪੁਰਾਤਨ ਗ੍ਰੰਥ ਹੈਗਾ। ਠੀਕ ਹੈ ਜੀ, ਇਹ ਸੀਗਾ ਆਪਣਾ ਅੱਜ ਦਾ ਟੌਪਿਕ। ਉਮੀਦ ਹੈ ਤੁਹਾਨੂੰ ਟੌਪਿਕ ਦੀ ਪੂਰੀ ਸਮਝ ਆਈ ਹੋਵੇਗੀ। ਜੇਕਰ ਤੁਹਾਨੂੰ ਕਿਤੇ ਨਾ ਕਿਤੇ ਕੋਈ ਕਮੀ ਜਾਂ ਤੋਟ ਲੱਗਦੀ ਹੈ ਜਾਂ ਕੋਈ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਜਿਹੜਾ WhatsApp ਨੰਬਰ ਹੈ ਤੁਹਾਨੂੰ ਹੁਣ ਸ਼ੋਅ ਹੋਵੇਗਾ, ਉਸ 'ਤੇ ਮੈਸੇਜ ਕਰ ਸਕਦੇ ਹੋ। ਸੋ ਇਹ ਮੁਗਲ ਕਾਲ ਆਪਣਾ ਲਗਭਗ ਸਮਾਪਤ ਹੋ ਚੁੱਕਿਆ ਹੈ। ਅਸੀਂ 10-15 ਦਿਨਾਂ ਦੀ ਮਿਹਨਤ ਤੋਂ ਬਾਅਦ ਤੁਹਾਡੇ ਲਈ ਨੋਟਸ ਤਿਆਰ ਕਰਕੇ ਫਿਰ ਪਰਫੈਕਟ ਵੀਡੀਓ ਅਪਲੋਡ ਕਰਦੇ ਹਾਂ। ਸੋ ਜੁੜੇ ਰਹੋ ਸਾਡੇ ਨਾਲ। ਚੈਨਲ ਨੂੰ ਸ਼ੇਅਰ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ। ਤੁਸੀਂ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ। ਉਮੀਦ ਹੈ ਅੱਗੇ ਤੋਂ ਵੀ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋਗੇ। ਅਤੇ ਜਿਹੜੇ ਹੈਗਾ ਸਾਡਾ ਜੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਮਿਹਨਤ ਕਰਦੇ ਰਹੋ ਅਤੇ ਜਿਹੜੇ ਹੈਗੇ ਆਪਣੀ ਯੂਨੀਅਨ ਸੰਘਰਸ਼ ਦੇ ਵਿੱਚ ਉਹਨਾਂ ਦਾ ਜ਼ਰੂਰ ਸਾਥ ਦੇਵੋ। ਉਹਨਾਂ ਦੇ ਨਾਲ ਵੀ ਜਿਹੜਾ ਹੈਗਾ ਜੁੜੇ ਰਹੋ। ਉਹਨਾਂ ਦੀਆਂ ਜਿਹੜੀਆਂ ਕਾਲਸ ਆਉਂਦੀਆਂ ਵੱਧ ਤੋਂ ਵੱਧ ਜਿਹੜਾ ਹੈਗਾ ਆਪਦਾ ਸਮੇਂ 'ਚੋਂ ਸਮਾਂ ਕੱਢ ਕੇ ਉਹਨਾਂ ਦਾ ਸਾਥ ਦਿਓ, ਤਾਂ ਕਿ ਜਿਹੜੀਆਂ ਆਪਣੀਆਂ ਮਾਸਟਰ ਕੇਡਰ ਦੀਆਂ ਪੋਸਟਸ ਹੈ ਉਹ ਆਪਾਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪ੍ਰਾਪਤ ਕਰ ਸਕੀਏ। ਕਿਉਂਕਿ ਟਾਈਮ ਬਹੁਤ ਥੋੜ੍ਹਾ ਰਹਿ ਗਿਆ, ਮਹੀਨੇ 2 ਮਹੀਨੇ ਨੇ ਆਪਣਾ ਫਿਊਚਰ ਤੈਅ ਕਰਨਾ ਹੈ। ਸੋ ਸੰਘਰਸ਼ ਜਿਹੜਾ ਹੈਗਾ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੈ। ਅਤੇ ਜਦੋਂ ਕੋਈ ਹਕੂਮਤ ਜਾਂ ਕੋਈ ਜਿਹੜਾ ਹੈਗਾ ਬਾਦਸ਼ਾਹ ਜਾਂ ਰਾਜਾ ਸੰਘਰਸ਼ਾਂ ਨੂੰ ਜਿਹੜਾ ਹੈਗਾ ਤਾੜੋ ਪੀੜ ਕਰਦਾ ਜਾਂ ਸੰਘਰਸ਼ਾਂ ਦੇ ਵਿੱਚ ਸਾਥ ਨਹੀਂ ਦਿੰਦਾ ਜਾਂ ਲੋਕਾਂ ਦੇ ਮੁਤਾਬਕ ਕੰਮ ਨਹੀਂ ਕਰਦਾ ਤਾਂ ਫਿਰ ਸੰਘਰਸ਼ ਸਾਡੇ ਲਈ ਲਾਜ਼ਮੀ ਹੁੰਦਾ ਹੈ। ਸੋ ਸ਼ਾਂਤੀਪੂਰਨ ਅਤੇ ਸਹਿਜਮਤੀ ਦੇ ਨਾਲ ਜਿਹੜਾ ਹੈਗਾ ਯੂਨੀਅਨਾਂ ਦੀ ਕਾਲ 'ਤੇ ਉਹਨਾਂ ਦਾ ਸਾਥ ਜ਼ਰੂਰ ਦਿਓ। ਤੁਹਾਡਾ ਸਭ ਦਾ ਸਾਡੇ ਨਾਲ ਜੁੜਨ ਦੇ ਲਈ ਧੰਨਵਾਦ। ਨਾਨਕ ਅਕੈਡਮੀ ਚੈਨਲ ਇਸ ਦਾ ਪਹਿਲਾ ਨਾਮ ਸੀ, ਹੁਣ GNDS ਅਕੈਡਮੀ ਚੈਨਲ ਹੋ ਗਿਆ। ਸੋ ਸਬਸਕ੍ਰਾਈਬ ਜ਼ਰੂਰ ਕਰੋ। ਬਾਕੀ ਦੀਆਂ ਵੀਡੀਓ ਤੁਸੀਂ ਦੇਖ ਰਹੋ, ਤੁਹਾਨੂੰ ਪੂਰਾ ਸਿਲੇਬਸ ਜਿਹੜਾ ਹੈਗਾ ਮਾਸਟਰ ਕੇਡਰ ਦਾ ਉਹ ਪਰਫੈਕਟ ਤਰੀਕੇ ਦੇ ਨਾਲ ਕਵਰ ਕਰਵਾਇਆ ਜਾਵੇਗਾ। MCQ ਦੀ ਸੀਰੀਜ਼ ਵੀ ਹੋ ਸਕਿਆ ਤਾਂ ਜ਼ਰੂਰ ਸ਼ੁਰੂ ਕਰਾਂਗੇ, ਨਹੀਂ ਇਹ ਨੋਟਸ ਇੰਨੇ ਕਲਾਹੇਬੰਦ ਹੈ ਕਿ ਤੁਹਾਨੂੰ MCQ ਕਰਨ ਦੀ ਲੋੜ ਹੀ ਨਹੀਂ। ਇਹਨਾਂ ਨੂੰ ਧਿਆਨ ਰੱਖ ਲਓ, ਇਹ ਸਾਰੇ ਕੁਐਸਚਨ ਹੀ ਹੈ ਅਤੇ ਉਹਨਾਂ ਦੇ ਆਨਸਰ ਹੀ ਹੈ। ਪਰਫੈਕਟ ਤਰੀਕੇ ਦੇ ਨਾਲ ਪੜ੍ਹਨਾ ਸਾਡੀ ਜ਼ਿੰਮੇਵਾਰੀ ਹੈ। ਮਿਹਨਤ ਕਰਦੇ ਰਹੋ, ਜੁੜੇ ਰਹੋ ਸਾਡੇ ਨਾਲ। GNDS ਅਕੈਡਮੀ ਦੇ ਵਿੱਚ ਤੁਹਾਡਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਥੈਂਕਸ ਫॉर